ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ। ਅੱਜ ਦੀ ਇਸ ਵੀਡੀਓ ਵਿੱਚ ਆਪਾਂ 8th ਕਲਾਸ ਦਾ ਹਿਸਟਰੀ ਦਾ ਸੈਕੰਡ ਲੈਸਨ ਆ ਜਿਹੜਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ, ਇਹਦੇ ਨਾਲ ਰਿਲੇਟਡ ਆਲ ਕੁਐਸਚਨਸ ਕਵਰ ਕਰਾਂਗੇ। ਇਹ ਸਾਰੇ ਕੁਐਸਚਨ ਨੇ ਜਿਹੜੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਕਿਉਂਕਿ ਆਪਾਂ ਕੋਈ ਵੀ ਕੰਪੀਟੀਸ਼ਨ ਐਗਜ਼ਾਮ ਦੇਣਾ ਹੋਵੇ ਉਹਨਾਂ ਸਾਰਿਆਂ ਲਈ ਆਪਾਂ ਕਿੰਨੀਆਂ ਬੁੱਕਸ ਪ੍ਰੈਫਰ ਕਰਦੇ ਹਾਂ, ਬਟ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਬੈਸਟ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ NCERT। ਜੇ ਆਪਾਂ NCERT ਦਾ ਅਧਿਐਨ ਕਰਿਆ ਹੋਊਗਾ, ਆਪਣਾ ਬੇਸ ਆ ਜਿਹੜਾ ਉਹ ਵਧੀਆ ਬਣਿਆ ਹੋਊਗਾ, ਤਾਂ ਆਪਾਂ ਦੂਜੀਆਂ ਬੁੱਕਸ ਵੀ ਆ ਜਿਹੜਾ ਈਜ਼ੀਲੀ ਕਵਰ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਕਾਫੀ ਹੱਦ ਤੱਕ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਔਰ ਇਨਡਾਇਰੈਕਟਲੀ ਡਾਟਾ ਵਾ ਜਿਹੜਾ NCERT ਚੋਂ ਹੀ ਪੁੱਛਿਆ ਜਾਂਦਾ ਵਾ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਕਿਉਂਕਿ ਹੁਣ ਲੋਕਡਾਊਨ ਦਾ ਟਾਈਮ ਚੱਲ ਰਿਹਾ ਵਾ। ਠੀਕ ਹੈ, ਹੋਰ ਤਾਂ ਕੋਈ ਕੰਮ ਚੱਲ ਨਹੀਂ ਰਿਹਾ, ਘਰੇ ਆਪਾਂ ਸਾਰੇ ਫ੍ਰੀ ਹਾਂ। ਇਟ ਮੀਨਸ ਕਿ ਆਪਣੇ ਕੋਲ ਹੁਣ ਟਾਈਮ ਆਪਾਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕੀਏ। ਤਾਂ ਪਲੀਜ਼ ਆਪਣੇ ਇਸ ਟਾਈਮ ਨੂੰ ਵੇਸਟ ਨਾ ਕਰੋ, ਇਹਦਾ ਵਧੀਆ ਫ਼ਾਇਦਾ ਲਓ। ਮੈਂ ਤੁਹਾਨੂੰ NCERT ਜਿਹੜੀ ਫੁੱਲ ਕਵਰ ਕਰਵਾਉਂਗੀ, ਸੋਸ਼ਲ ਸਟੱਡੀ ਖਾਸ ਕਰ। ਠੀਕ ਹੈ, ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਮੈਨੂੰ ਲੱਗਦਾ ਹੁਣ ਤੱਕ ਆਪਾਂ ਜਿੰਨੇ ਵੀ ਕੁਐਸਚਨ ਸੀਰੀਜ਼ ਪੜ੍ਹੇ ਹੋਣਗੇ ਨਾ, ਉਹਨਾਂ ਵਿੱਚੋਂ ਸਭ ਤੋਂ ਵੱਡਾ ਟੌਪਿਕ ਇਹੀ ਆ। ਭਾਰਤ ਵਿੱਚ ਆਉਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ? ਵਾਸਕੋ ਡੀ ਗਾਮਾ। ਵਾਸਕੋ ਡੀ ਗਾਮਾ ਭਾਰਤ ਕਦੋਂ ਆਇਆ? 27 ਮਈ 1498 ਈਸਵੀ ਵਿੱਚ। ਵਾਸਕੋ ਡੀ ਗਾਮਾ ਦਾ ਸਮੁੰਦਰ ਦੇ ਰਸਤੇ ਭਾਰਤ ਆਉਣ ਦਾ ਕਾਰਨ ਕੀ ਸੀ? ਕਿ ਭਾਰਤ ਆਉਣ ਲਈ ਨਵੇਂ ਰਸਤੇ ਦੀ ਖੋਜ ਕਰਨਾ, ਕਿਉਂਕਿ ਜਿਹੜੇ ਪੁਰਾਣੇ ਰਸਤੇ ਸੀਗੇ ਉਹ ਬੰਦ ਹੋ ਗਏ ਸੀਗੇ। ਵਾਸਕੋ ਡੀ ਗਾਮਾ ਭਾਰਤ ਵਿੱਚ ਕਿਹੜੇ ਸਥਾਨ 'ਤੇ ਆਇਆ? ਕਾਲੀਕਟ, ਕੇਰਲ ਵਿਖੇ। ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਕਿਸ ਨੇ ਕੀਤੀ? ਵਾਸਕੋ ਡੀ ਗਾਮਾ ਨੇ। ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਸਹੀ ਕ੍ਰਮ ਕਿਹੜਾ ਹੈ? ਇਹ ਕੁਐਸਚਨ ਐਗਜ਼ਾਮ ਵਿੱਚ ਕਾਫੀ ਵਾਰ ਆਇਆ ਵਾ ਅਤੇ ਨੈਕਸਟ ਟਾਈਮ ਵੀ ਇਹਦੇ ਆਉਣ ਦੇ ਹੈਗੇ ਆ ਚਾਂਸ ਨੇ। ਦੇਖੋ, ਸਭ ਤੋਂ ਪਹਿਲਾਂ ਇਹ ਪੁਰਤਗਾਲੀ, ਡੱਚ, ਅੰਗਰੇਜ਼ ਅਤੇ ਫਰਾਂਸੀਸੀ, ਇਹ ਹੈ ਇਹਨਾਂ ਦੇ ਆਉਣ ਦਾ ਕ੍ਰਮ। ਇਹਨੂੰ ਸੀਕੁਐਂਸ ਵਾਈਜ਼ ਤੁਸੀਂ ਇੱਦਾਂ ਯਾਦ ਰੱਖਣਾ ਕਿ ਪਹਿਲਾਂ ਪੁਰਤਗਾਲੀ, ਫਿਰ ਡੱਚ, ਫਿਰ ਅੰਗਰੇਜ਼ ਅਤੇ ਫਿਰ ਫਰਾਂਸੀਸੀ। ਵਿਦੇਸ਼ੀਆਂ ਦਾ ਭਾਰਤ ਵਿੱਚ ਆਉਣ ਦਾ ਕੀ ਉਦੇਸ਼ ਸੀ? ਭਾਰਤ ਨਾਲ ਵਪਾਰ ਕਰਨਾ। ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਕਿਹੜੀਆਂ-ਕਿਹੜੀਆਂ ਸਨ? ਗੋਆ, ਦਮਨ, ਸਾਲਸੈਟ, ਪਾਸੀਨ, ਮੁੰਬਈ, ਸੈਂਟੋਮ ਅਤੇ ਹੁਗਲੀ। ਡੱਚਾਂ ਦੀਆਂ ਕਿਹੜੀਆਂ-ਕਿਹੜੀਆਂ ਪ੍ਰਮੁੱਖ ਬਸਤੀਆਂ ਸਨ? ਕੋਚੀਨ, ਸੂਰਤ, ਨਾਗਾਪਟਮ, ਪੁਲੀਕਟ ਅਤੇ ਚਿਨਸੁਰਾ। ਅੰਗਰੇਜ਼ਾਂ ਦੀਆਂ ਪ੍ਰਮੁੱਖ ਬਸਤੀਆਂ ਕਿਹੜੀਆਂ-ਕਿਹੜੀਆਂ ਸਨ? ਸੂਰਤ, ਅਹਿਮਦਾਬਾਦ, ਬੜੌਚ, ਬੰਬਈ, ਆਗਰਾ ਅਤੇ ਕਲਕੱਤਾ। ਫਰਾਂਸੀਸੀਆਂ ਦੀਆਂ ਪ੍ਰਮੁੱਖ ਬਸਤੀਆਂ ਕਿਹੜੀਆਂ-ਕਿਹੜੀਆਂ ਸਨ? ਪਾਂਡੀਚਰੀ, ਚੰਦਰਨਗਰ ਅਤੇ ਕਾਰੀਕਲ। ਕਿਹੜੀ ਸਦੀ ਵਿੱਚ ਪੁਰਤਗਾਲੀਆਂ ਅਤੇ ਡੱਚਾਂ ਦਾ ਪ੍ਰਭਾਵ ਭਾਰਤ ਵਿੱਚ ਘਟ ਗਿਆ ਸੀ? 17ਵੀਂ ਸਦੀ ਵਿੱਚ। ਭਾਰਤ ਵਿੱਚ ਵਪਾਰ ਕਰਨ ਲਈ ਕਿਹੜੀਆਂ ਦੋ ਸ਼ਕਤੀਆਂ ਵਿਚਕਾਰ ਸੰਘਰਸ਼ ਹੋਇਆ? ਫਰਾਂਸੀਸੀਆਂ ਅਤੇ ਅੰਗਰੇਜ਼ਾਂ ਦੇ ਵਿਚਕਾਰ, ਕਿਉਂਕਿ ਇਹਨਾਂ ਨੇ ਕੀ ਸੀ ਕਿ ਵਪਾਰ ਨੂੰ ਲੈ ਕੇ ਇੱਕ ਦੂਜੇ ਨਾਲ ਯੁੱਧ ਕਰਨੇ ਸ਼ੁਰੂ ਕਰਤੇ ਸੀਗੇ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਸੰਘਰਸ਼ ਵਿੱਚੋਂ ਕਿਸ ਦੀ ਜਿੱਤ ਹੋਈ ਸੀ? ਅੰਗਰੇਜ਼ਾਂ ਦੀ। ਇੰਗਲੈਂਡ ਦੇ ਵਪਾਰੀਆਂ ਦਾ ਕਿਹੜਾ ਗਰੁੱਪ ਵਪਾਰ ਕਰਨ ਲਈ ਭਾਰਤ ਆਇਆ ਸੀ? ਮਰਚੈਂਟ ਐਡਵੈਂਚਰਸ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? 31 ਦਸੰਬਰ 1600 ਈਸਵੀ ਵਿੱਚ। ਕਿਸ ਦੇ ਸਮੇਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ? ਮਹਾਰਾਣੀ ਐਲਿਜ਼ਾਬੇਥ ਪਹਿਲੀ ਦੇ ਸਮੇਂ ਵਿੱਚ। ਮਹਾਰਾਣੀ ਐਲਿਜ਼ਾਬੇਥ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ ਕਿੰਨੇ ਸਾਲਾਂ ਲਈ ਏਕਾਧਿਕਾਰ ਦੇ ਦਿੱਤਾ ਸੀ? 15 ਸਾਲਾਂ ਲਈ। ਏਕਾਧਿਕਾਰ ਦਾ ਮਤਲਬ ਹੁੰਦਾ ਕਿ ਉਸ ਟਾਈਮ ਦੇ ਵਿੱਚ ਉਹ ਜਿਹੜੀ ਕੰਪਨੀ ਨੂੰ ਮਤਲਬ ਉਹਨਾਂ ਨੇ ਇਜਾਜ਼ਤ ਦਿੱਤੀ, ਉਹ ਇੱਕ ਹੀ ਕੰਪਨੀ ਵਪਾਰ ਕਰ ਸਕਦੀ ਹੈ, ਕੋਈ ਹੋਰ ਨਹੀਂ ਕਰ ਸਕਦੀ। ਅੰਗਰੇਜ਼ਾਂ ਨੇ ਵਪਾਰ ਵਿੱਚ ਰਿਆਇਤਾਂ ਲੈਣ ਲਈ ਮੁਗਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਕਿਹੜੇ ਦੋ ਪ੍ਰਤੀਨਿਧੀ ਭੇਜੇ? ਵਿਲੀਅਮ ਹੌਕਿੰਸ ਅਤੇ ਸਰ ਥਾਮਸ ਰੋ। ਕਈ ਵਾਰ ਇਹਦੇ ਤੋਂ ਕੁਐਸਚਨ ਇਹ ਵੀ ਬਣ ਜਾਂਦਾ ਵਾ ਕਿ ਅੰਗਰੇਜ਼ ਸਭ ਤੋਂ ਪਹਿਲਾਂ ਕਿਹੜੇ ਬਾਦਸ਼ਾਹ ਦੇ ਦਰਬਾਰ ਵਿੱਚ ਆਏ ਸੀਗੇ ਰਿਆਇਤਾਂ ਲੈਣ ਲਈ? ਤਾਂ ਜਹਾਂਗੀਰ ਦੇ, ਵੀ ਯਾਦ ਰੱਖਣਾ ਤੁਸੀਂ। ਵਿਲੀਅਮ ਹੌਕਿੰਸ ਕਿਸ ਦੇ ਰਾਜਦੂਤ ਦੇ ਰੂਪ ਵਿੱਚ ਜਹਾਂਗੀਰ ਦੇ ਦਰਬਾਰ ਵਿੱਚ ਗਿਆ? ਜੇਮਸ ਪਹਿਲੇ ਦਾ। ਵਿਲੀਅਮ ਹੌਕਿੰਸ ਜਹਾਂਗੀਰ ਦੇ ਦਰਬਾਰ ਵਿੱਚ ਕਦੋਂ ਗਿਆ? 1609 ਈਸਵੀ ਵਿੱਚ। ਮੁਗਲ ਦਰਬਾਰ ਵਿੱਚ ਜਾਣ ਵਾਲਾ ਪਹਿਲਾ ਅੰਗਰੇਜ਼ ਕੌਣ ਸੀ? ਵਿਲੀਅਮ ਹੌਕਿੰਸ। 1615 ਈਸਵੀ ਵਿੱਚ ਕੰਪਨੀ ਦਾ ਕਿਹੜਾ ਪ੍ਰਤੀਨਿਧੀ ਜਹਾਂਗੀਰ ਤੋਂ
ਵਪਾਰਕ ਰਿਆਇਤਾਂ ਲੈਣ ਵਿੱਚ ਸਫਲ ਹੋਇਆ ਸੀਗਾ ਸਰ ਥਾਮਸ ਰੋ। 1640 ਈਸਵੀ ਵਿੱਚ ਅੰਗਰੇਜ਼ਾਂ ਨੇ ਕਿੱਥੇ ਇੱਕ ਵਪਾਰਕ ਬਸਤੀ ਸਥਾਪਿਤ ਕੀਤੀ? ਮਦਰਾਸ ਚੇਨਈ ਵਿਖੇ। 1690 ਈਸਵੀ ਵਿੱਚ ਅੰਗਰੇਜ਼ਾਂ ਨੇ ਕਿੱਥੇ ਇੱਕ ਵਪਾਰਕ ਬਸਤੀ ਸਥਾਪਿਤ ਕੀਤੀ? ਕਲਕੱਤੇ ਜਾਂ ਕੋਲਕਾਤਾ ਵਿਖੇ। ਅੰਗਰੇਜ਼ਾਂ ਨੇ ਕਲਕੱਤੇ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕੀਤੀ? ਫੋਰਟ ਵਿਲੀਅਮ ਦੀ। ਅੰਗਰੇਜ਼ਾਂ ਨੂੰ ਕਿਹੜੇ ਖੇਤਰਾਂ ਵਿੱਚ ਵਪਾਰ ਕਰਨ ਦਾ ਅਧਿਕਾਰ ਮਿਲਿਆ? ਬੰਗਾਲ, ਬਿਹਾਰ ਅਤੇ ਉੜੀਸਾ ਦੇ ਖੇਤਰਾਂ ਵਿੱਚ। ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਵਪਾਰ ਕਰਨ ਦਾ ਅਧਿਕਾਰ ਕਦੋਂ ਮਿਲਿਆ? 1717 ਈਸਵੀ ਵਿੱਚ। ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਵਪਾਰ ਕਰਨ ਦੀ ਜਿਹੜੀ ਪ੍ਰਵਾਨਗੀ ਆ ਉਹ ਕਿਹੜੇ ਸ਼ਾਸਕ ਨੇ ਦਿੱਤੀ? ਫਾਰਕਸ਼ੀਅਰ ਨੇ। ਇੱਥੇ ਬਿਹਾਰ ਆ ਜਿਹੜਾ ਉਹ ਮਿਸਪ੍ਰਿੰਟ ਹੋ ਗਿਆ, ਫਾਰਕਸ਼ੀਅਰ ਨੇ ਦਿੱਤੀ ਸੀ। ਵਪਾਰ ਕਰਨ ਬਦਲੇ ਅੰਗਰੇਜ਼ ਫਾਰਕਸ਼ੀਅਰ ਨੂੰ ਕਿੰਨਾ ਟੈਕਸ ਦਿੰਦੇ ਸਨ? 3000 ਰੁਪਏ ਸਾਲਾਨਾ। ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਵਪਾਰ ਕਰਨ ਦੀ ਰਾਇਤ ਕਿਸ ਤੋਂ ਅਤੇ ਕਦੋਂ ਮਿਲੀ? ਫਾਰਕਸ਼ੀਅਰ ਤੋਂ 1717 ਈਸਵੀ ਵਿੱਚ। ਅੰਗਰੇਜ਼ ਭਾਰਤ ਵਿੱਚ ਕਿਹੜੀਆਂ ਚੀਜ਼ਾਂ ਭੇਜਦੇ ਸਨ? ਕਲਈ, ਪਾਰਾ, ਸਿੱਕਾ ਅਤੇ ਕੱਪੜਾ। ਅੰਗਰੇਜ਼ ਭਾਰਤ ਤੋਂ ਕਿਹੜੀਆਂ ਚੀਜ਼ਾਂ ਮੰਗਵਾਉਂਦੇ ਸਨ? ਸੂਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫੀਮ। ਫਰਾਂਸੀਸੀਆਂ ਨੇ ਭਾਰਤ ਵਿੱਚ ਆਪਣੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਕੀਤੀ? 1664 ਈਸਵੀ ਵਿੱਚ। ਫਰਾਂਸੀਸੀ ਈਸਟ ਇੰਡੀਆ ਕੰਪਨੀ ਨੇ ਆਪਣੀਆਂ ਬਸਤੀਆਂ ਕਿੱਥੇ ਸਥਾਪਿਤ ਕੀਤੀਆਂ? ਚੰਦਰਨਗਰ, ਮਾਹੀ ਅਤੇ ਕਾਰੀਕਲ ਵਿਖੇ। ਕਿਹੜੇ ਗਵਰਨਰ ਦੇ ਅਧੀਨ ਫਰਾਂਸੀਸੀ ਈਸਟ ਇੰਡੀਆ ਕੰਪਨੀ ਨੇ ਤਰੱਕੀ ਕੀਤੀ? ਡੂਮਾ ਅਤੇ ਡੁਪਲੇ। ਕਰਨਾਟਕ ਦਾ ਪਹਿਲਾ ਯੁੱਧ ਕਦੋਂ ਹੋਇਆ? 1746 ਤੋਂ 48 ਈਸਵੀ ਤੱਕ। ਪਹਿਲੇ ਕਰਨਾਟਕ ਯੁੱਧ ਦਾ ਕਾਰਨ ਕੀ ਸੀ? 1740 ਈਸਵੀ ਵਿੱਚ ਆਸਟਰੀਆ ਦੇ ਉੱਤਰਾਧਿਕਾਰੀ ਸੰਬੰਧੀ ਝਗੜੇ ਕਾਰਨ ਯੂਰਪ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਯੁੱਧ ਚੱਲ ਰਿਹਾ ਸੀ ਅਤੇ ਇਹੀ ਕਾਰਨ ਸੀ ਕਿ ਕਰਨਾਟਕ ਵਿੱਚ ਇਹ ਦੋਨੇ ਸ਼ਕਤੀਆਂ ਜਿਹੜੀਆਂ ਆਈਆਂ ਹੋਈਆਂ ਸੀ, ਇੱਥੇ ਵੀ ਇਹਨਾਂ ਵਿੱਚ ਯੁੱਧ ਚੱਲ ਰਿਹਾ ਸੀ। ਅੰਗਰੇਜ਼ਾਂ ਦੀ ਬਸਤੀ ਮਦਰਾਸ ਉੱਤੇ ਕਿਸਨੇ ਅਧਿਕਾਰ ਕੀਤਾ? 1746 ਈਸਵੀ ਵਿੱਚ ਫਰਾਂਸੀਸੀ ਗਵਰਨਰ ਡੁਪਲੇ ਨੇ। ਅੰਗਰੇਜ਼ਾਂ ਨੂੰ ਮਦਰਾਸ ਵਾਪਸ ਦੇਣ ਲਈ ਕਿਸਨੇ ਕਿਹਾ? ਕਰਨਾਟਕ ਦੇ ਨਵਾਬ ਅਨਬਰੋਦੀਨ ਨੇ। ਅੰਗਰੇਜ਼ਾਂ ਨੇ ਫਰਾਂਸੀਸੀਆਂ ਦੀ ਕਿਹੜੀ ਬਸਤੀ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ? ਪਾਂਡੀਚਰੀ। ਕਰਨਾਟਕ ਦਾ ਪਹਿਲਾ ਯੁੱਧ ਕਿਵੇਂ ਸਮਾਪਤ ਹੋਇਆ? ਯੂਰਪ ਵਿੱਚ ਆਸਟਰੀਆ ਦਾ ਯੁੱਧ ਸਮਾਪਤ ਹੋਣ ਕਰਕੇ। ਦੇਖੋ ਜਿਵੇਂ ਹੀ ਉੱਥੇ ਜਿਹੜਾ ਸੀ ਉੱਤਰਾਧਿਕਾਰ ਨੂੰ ਲੈ ਕੇ ਯੁੱਧ ਖਤਮ ਹੋ ਗਿਆ, ਉਵੇਂ ਜਿਹੜਾ ਸੀਗਾ ਇੰਡੀਆ ਦੇ ਵਿੱਚ ਵੀ ਕਰਨਾਟਕ ਦੇ ਵਿੱਚ ਜਿਹੜਾ ਯੁੱਧ ਚੱਲ ਰਿਹਾ ਸੀ ਉਹਨਾਂ ਵਿੱਚ ਉਹ ਵੀ ਖਤਮ ਹੋ ਗਿਆ ਸੀ। ਕਰਨਾਟਕ ਦਾ ਦੂਜਾ ਯੁੱਧ ਕਿਉਂ ਹੋਇਆ? ਕਰਨਾਟਕ ਅਤੇ ਹੈਦਰਾਬਾਦ ਵਿੱਚ ਰਾਜਗੱਦੀ ਪ੍ਰਾਪਤ ਕਰਨ ਲਈ ਸ਼ੁਰੂ ਹੋਏ ਯੁੱਧ ਵਿੱਚ ਕੀ ਸੀਗਾ? ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਕ ਦੂਜੇ ਦੇ ਵਿਰੋਧੀਆਂ ਦੀ ਸਹਾਇਤਾ ਕੀਤੀ ਸੀਗੀ। ਠੀਕ ਆ, ਦੋਨੋਂ ਆਪੋਜ਼ਿਟ ਪਰਸਨ ਦੀ ਸਹਾਇਤਾ ਕਰ ਰਹੇ ਸੀ, ਤਾਂ ਕਰਕੇ ਇਹਨਾਂ ਵਿੱਚ ਯੁੱਧ ਹੋਇਆ ਸੀ ਕਰਨਾਟਕ ਦਾ ਦੂਜਾ। ਹੈਦਰਾਬਾਦ ਦੇ ਨਿਜ਼ਾਮ ਆਸਿਫ ਸ਼ਾਹ ਦੀ ਮੌਤ ਆ ਜਿਹੜੀ ਕਦੋਂ ਹੋਈ? 1748 ਈਸਵੀ ਵਿੱਚ। ਨਿਜ਼ਾਮ ਆਸਿਫ ਸ਼ਾਹ ਦੀ ਰਾਜਗੱਦੀ ਪ੍ਰਾਪਤ ਕਰਨ ਲਈ ਕਿਹਨਾਂ ਵਿਚਕਾਰ ਯੁੱਧ ਹੋ ਗਿਆ? ਉਸ ਦੇ ਪੁੱਤਰ ਨਾਸਿਰ ਜੰਗ ਅਤੇ ਦੋਹਤੇ ਮੁਜ਼ੱਫਰ ਜੰਗ ਵਿੱਚ। ਨਾਸਿਰ ਜੰਗ ਦੀ ਸਹਾਇਤਾ ਕਿਸ ਨੇ ਕੀਤੀ ਸੀ? ਅੰਗਰੇਜ਼ਾਂ ਨੇ। ਆਪਾਂ ਪਹਿਲਾਂ ਪੜ੍ਹਿਆ ਨਾ ਕਿ ਆਪੋਜ਼ਿਟ ਸਹਾਇਤਾ ਕਰ ਰਹੇ ਸੀਗੇ। ਅੰਗਰੇਜ਼ ਜਿਹੜੇ ਸੀਗੇ ਉਹ ਨਾਸਿਰ ਜੰਗ ਜਿਹੜਾ ਸੀ ਉਹਦਾ ਪੁੱਤਰ ਸੀ, ਉਹਦੀ ਸਹਾਇਤਾ ਕਰ ਰਹੇ ਸੀ। ਮੁਜ਼ੱਫਰ ਜੰਗ ਦੀ ਸਹਾਇਤਾ ਕਿਸ ਨੇ ਕੀਤੀ? ਫਰਾਂਸੀਸੀਆਂ ਨੇ। ਦੇਖੋ ਜਿਹੜਾ ਉਹਦਾ ਦੋਹਤਾ ਸੀਗਾ, ਇੱਥੇ ਆਪਾਂ ਪੜ੍ਹਿਆ ਨਾ ਉੱਪਰਲੇ ਕੁਐਸਚਨ ਵਿੱਚ ਆ ਰਿਹਾ। ਠੀਕ ਆ, ਦੂਜਾ ਯੁੱਧ ਕਿਉਂ ਹੋਇਆ ਸੀ? ਦੋਨੋਂ ਸਾਈਡ ਆਪੋਜ਼ਿਟ ਸਹਾਇਤਾ ਕਰ ਰਹੇ। ਠੀਕ ਆ, ਮੁਜ਼ੱਫਰ ਜੰਗ ਦੀ ਸਹਾਇਤਾ ਕੀਤੀ ਸੀ ਫਰਾਂਸੀਸੀਆਂ ਨੇ। ਅਨਬਰੋਦੀਨ ਨੂੰ ਹਟਾ ਕੇ ਕਰਨਾਟਕ ਦਾ ਨਵਾਬ ਕੌਣ ਬਣ ਗਿਆ? ਚੰਦਾ ਸਾਹਿਬ, ਫਰਾਂਸੀਸੀਆਂ ਦੀ ਸਹਾਇਤਾ ਨਾਲ। ਮੁਜ਼ੱਫਰ ਜੰਗ ਦੀ ਮੌਤ ਕਦੋਂ ਹੋਈ? 1751 ਈਸਵੀ ਵਿੱਚ। ਮੁਜ਼ੱਫਰ ਜੰਗ ਦੀ ਮੌਤ ਤੋਂ ਬਾਅਦ ਫਰਾਂਸੀਸੀਆਂ ਨੇ ਹੈਦਰਾਬਾਦ ਦਾ ਨਵਾਬ ਕਿਸ ਨੂੰ ਬਣਾ ਦਿੱਤਾ? ਸਲਾਵਤ ਜੰਗ ਨੂੰ। ਕਿਹੜੇ ਅੰਗਰੇਜ਼ ਅਧਿਕਾਰੀ ਨੇ ਕਰਨਾਟਕ ਦੀ ਰਾਜਧਾਨੀ ਅਰਕਾਟ ਉੱਤੇ ਹਮਲਾ ਕਰ ਦਿੱਤਾ ਸੀ? ਉਹ ਸੀਗਾ ਰਾਬਰਟ ਕਲਾਈਵ ਨੇ। ਚੰਦਾ ਸਾਹਿਬ ਨੂੰ ਮਾਰਨ ਤੋਂ ਬਾਅਦ ਕਿਸ ਨੂੰ ਕਰਨਾਟਕ ਦਾ ਨਵਾਬ ਬਣਾ ਦਿੱਤਾ ਗਿਆ? ਮੁਹੰਮਦ ਅਲੀ ਨੂੰ। ਕਿਹੜੇ ਗਵਰਨਰ ਨੂੰ ਫਰਾਂਸ ਵਾਪਸ ਬੁਲਾ ਲਿਆ ਗਿਆ ਸੀ? ਡੁਪਲੇ ਨੂੰ।
ਡੁਪਲੇ ਦੀ ਥਾਂ 'ਤੇ ਫਰਾਂਸੀਸੀਆਂ ਨੇ ਕਿਹੜੇ ਗਵਰਨਰ ਨੂੰ ਨਿਯੁਕਤ ਕੀਤਾ? ਗੋਡੇਹਿਊ। ਕਰਨਾਟਕ ਦਾ ਤੀਜਾ ਯੁੱਧ ਕਦੋਂ ਹੋਇਆ? 1756 ਈਸਵੀ ਵਿੱਚ। ਕਰਨਾਟਕ ਦਾ ਤੀਜਾ ਯੁੱਧ ਕਿਹੜੀਆਂ ਯੂਰਪੀਅਨ ਕੰਪਨੀਆਂ ਦੇ ਵਿਚਾਲੇ ਹੋਇਆ? ਫਰਾਂਸ ਦੀ ਈਸਟ ਇੰਡੀਆ ਕੰਪਨੀ ਅਤੇ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਦੇ ਵਿਚਾਲੇ। ਕਰਨਾਟਕ ਦੇ ਤੀਜੇ ਯੁੱਧ ਦਾ ਕੀ ਕਾਰਨ ਸੀ? 1756 ਈਸਵੀ ਵਿੱਚ ਇੰਗਲੈਂਡ ਅਤੇ ਫਰਾਂਸ ਵਿਚਕਾਰ ਜਿਹੜਾ ਸੀ 7 ਸਾਲਾ ਯੁੱਧ ਚੱਲ ਰਿਹਾ ਸੀ। ਜਿਵੇਂ ਹੀ ਉੱਥੇ ਯੁੱਧ ਚੱਲਦਾ ਸੀ ਯੂਰਪ ਦੇ ਵਿੱਚ, ਉਵੇਂ ਹੀ ਜਿਹੜਾ ਸੀ ਇਹ ਇੰਡੀਆ ਵਿੱਚ ਇੱਕ ਦੂਜੇ ਨਾਲ ਯੁੱਧ ਕਰਨ ਲੱਗ ਜਾਂਦੇ ਸੀ। ਫਰਾਂਸ ਦੀ ਸਰਕਾਰ ਨੇ ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਨੂੰ ਖਤਮ ਕਰਨ ਲਈ ਕਿਸ ਨੂੰ ਭੇਜਿਆ? 1758 ਈਸਵੀ ਵਿੱਚ ਕਾਊਂਟ ਡੀ ਲਾਲੀ ਨੂੰ। 1763 ਈਸਵੀ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਿਹੜੀ ਸੰਧੀ ਹੋਈ? ਪੈਰਿਸ ਦੀ ਸੰਧੀ। ਪੈਰਿਸ ਦੀ ਸੰਧੀ ਦਾ ਕੀ ਨਤੀਜਾ ਨਿਕਲਿਆ ਕਿ ਪਾਂਡੀਚੇਰੀ ਅਤੇ ਮਾਹੀ ਆਦਿ ਬਸਤੀਆਂ ਜਿਹੜੀਆਂ ਸੀ ਫਰਾਂਸੀਸੀਆਂ ਨੂੰ ਵਾਪਸ ਕੀਤੀਆਂ ਗਈਆਂ। ਉਹ ਬਸਤੀਆਂ ਦੀ ਕਿਲ੍ਹੇਬੰਦੀ ਨਹੀਂ ਕਰ ਸਕਦੇ ਸਨ। ਦੇਖੋ, ਬਸਤੀਆਂ ਉਹਨਾਂ ਨੂੰ ਵਾਪਸ ਤਾਂ ਕਰਤੀਆਂ, ਪਰ ਉਹ ਇਹਨਾਂ ਬਸਤੀਆਂ ਦੀ ਕਿਲ੍ਹੇਬੰਦੀ ਨਹੀਂ ਕਰ ਸਕਦੇ ਸੀ। ਉਹ ਕੇਵਲ ਕੀ ਸੀਗਾ, ਵਪਾਰ ਹੀ ਕਰ ਸਕਦੇ ਸੀਗੇ। ਅਤੇ ਅੰਗਰੇਜ਼ੀ ਕੰਪਨੀ ਦੀ ਜਿਹੜੀ ਸੀ ਸਰਵਉੱਚਤਾ ਕਾਇਮ ਹੋ ਗਈ ਸੀ ਇਹਦੇ ਨਾਲ। ਸਿਰਾਜ ਉਦ ਦੌਲਾ ਬੰਗਾਲ ਦਾ ਨਵਾਬ ਕਦੋਂ ਬਣਿਆ? 1756 ਈਸਵੀ ਵਿੱਚ। ਸਿਰਾਜ ਉਦ ਦੌਲਾ ਅੰਗਰੇਜ਼ਾਂ ਦੀ ਕਿਹੜੀ ਗੱਲ ਸਹਿਣ ਨਾ ਕਰ ਸਕਿਆ? ਕਿਉਂਕਿ ਉਹ ਨਿੱਜੀ ਵਪਾਰ 'ਤੇ ਜਿਹੜਾ ਸੀ ਕੋਈ ਕਰ ਨਹੀਂ ਦਿੰਦੇ ਸੀਗੇ, ਕਿਸੇ ਬਿਨਾਂ ਕਿਸੇ ਟੈਕਸ ਦਿੱਤੇ ਵਪਾਰ ਕਰ ਰਹੇ ਸੀਗੇ। ਇਹ ਗੱਲ ਜਿਹੜੀ ਸੀਗੀ ਸਿਰਾਜ ਉਦ ਦੌਲਾ ਨੂੰ ਬਰਦਾਸ਼ਤ ਨਹੀਂ ਹੋਈ। ਨਵਾਬ ਸਿਰਾਜ ਉਦ ਦੌਲਾ ਨੂੰ ਕਿਹੜੀ ਗੱਲ ਰਾਜ ਲਈ ਖਤਰਾ ਲੱਗਦੀ ਸੀ? ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੁਆਰਾ ਕਲਕੱਤੇ ਦੀ ਕਿਲ੍ਹੇਬੰਦੀ ਕਰਨਾ ਜਿਹੜਾ ਸੀਗਾ ਉਹ ਵੀ ਉਹਨੂੰ ਆਪਣੇ ਰਾਜ ਲਈ ਖਤਰਾ ਲੱਗਦਾ ਸੀ। ਕਿਹੜੇ ਨਵਾਬ ਨੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੂੰ ਕਲਕੱਤੇ ਦੀ ਕਿਲ੍ਹੇਬੰਦੀ ਕਰਨ ਤੋਂ ਰੋਕਿਆ? ਨਵਾਬ ਸਿਰਾਜ ਉਦ ਦੌਲਾ ਨੇ। ਕਿਹੜੇ ਨਵਾਬ ਨੇ ਅੰਗਰੇਜ਼ਾਂ ਦੀਆਂ ਕਲਕੱਤੇ ਵਿਖੇ ਬਸਤੀਆਂ 'ਤੇ ਅਧਿਕਾਰ ਕਰ ਲਿਆ? ਨਵਾਬ ਸਿਰਾਜ ਉਦ ਦੌਲਾ ਨੇ। ਕਈ ਥਾਵਾਂ 'ਤੇ ਇਹਨਾਂ ਨੂੰ ਸਿਰਾਜੂ ਦੌਲਾ ਵੀ ਲਿਖਿਆ ਹੁੰਦਾ। ਨਵਾਬ ਸਿਰਾਜ ਉਦ ਦੌਲਾ ਦੀ ਫੌਜ ਨੂੰ ਕਿਸ ਨੇ ਹਰਾਇਆ? ਕਲਾਈਵ ਨੇ। ਪਲਾਸੀ ਦੀ ਲੜਾਈ ਕਦੋਂ ਹੋਈ? 23 ਜੂਨ 1756 ਈਸਵੀ ਵਿੱਚ। ਇੰਪੋਰਟੈਂਟ ਕੁਐਸਚਨ ਆ। ਪਲਾਸੀ ਦੀ ਲੜਾਈ ਕਿਸ ਦੇ ਵਿਚਕਾਰ ਹੋਈ? ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜ ਉਦ ਦੌਲਾ ਦੇ ਵਿਚਕਾਰ। ਪਲਾਸੀ ਦੀ ਲੜਾਈ ਵਿੱਚ ਅੰਗਰੇਜ਼ਾਂ ਦਾ ਨੇਤਾ ਕੌਣ ਸੀ? ਰੋਬਰਟ ਕਲਾਈਵ। ਇਹ ਇੰਪੋਰਟੈਂਟ ਫੈਕਟ ਆ। ਪਲਾਸੀ ਦੀ ਲੜਾਈ ਵਿੱਚ ਕਿਹੜੇ ਦੇਸ਼ ਧਰੋਈਆਂ ਨੇ ਅੰਗਰੇਜ਼ਾਂ ਨਾਲ ਗੱਠਜੋੜ ਕੀਤਾ ਸੀ? ਮੀਰ ਜਾਫਰ ਅਤੇ ਰਾਏ ਦੁਰਲੱਭ ਨੇ। ਮੀਰ ਜਾਫਰ ਕੌਣ ਸੀ? ਸਿਰਾਜ ਉਦ ਦੌਲਾ ਦਾ ਸੈਨਾਪਤੀ ਸੀ। ਪਲਾਸੀ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ? ਨਵਾਬ ਸਿਰਾਜ ਉਦ ਦੌਲਾ ਦੀ। ਪਲਾਸੀ ਦੀ ਲੜਾਈ ਤੋਂ ਬਾਅਦ ਕਲਾਈਵ ਨੇ ਕਿਸ ਨੂੰ ਬੰਗਾਲ ਦੀ ਰਾਜਗੱਦੀ 'ਤੇ ਬਿਠਾਇਆ? ਮੀਰ ਜਾਫਰ ਨੂੰ। ਮੀਰ ਜਾਫਰ ਦੀ ਥਾਂ 'ਤੇ ਕਿਸ ਨੂੰ ਬੰਗਾਲ ਦਾ ਨਵਾਬ ਬਣਾਇਆ ਗਿਆ? ਮੀਰ ਕਾਸਿਮ ਨੂੰ। ਦੇਖੋ, ਪਹਿਲਾਂ ਮੀਰ ਜਾਫਰ ਨੂੰ ਬਣਾਤਾ, ਜਦੋਂ ਉਹ ਵੀ ਅੰਗਰੇਜ਼ਾਂ ਦੇ ਅਕੋਰਡਿੰਗ ਨਾ ਚੱਲਿਆ ਤਾਂ ਉਹਨੂੰ ਉਤਾਰ ਕੇ ਮੀਰ ਕਾਸਿਮ ਨੂੰ ਬਣਾਤਾ। 1763 ਈਸਵੀ ਵਿੱਚ ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ ਕਿੱਥੇ ਹਰਾਇਆ? ਕਟਵਾ, ਘੇਰਿਆ, ਸੂਤੀ ਅਤੇ ਉਦੇਨਾਲਾ ਦੇ ਸਥਾਨਾਂ 'ਤੇ। ਮੀਰ ਕਾਸਿਮ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਨੇ ਫਿਰ ਇੱਕ ਵਾਰ ਮੀਰ ਜਾਫਰ ਨੂੰ ਬਿਠਾਤਾ ਸੀ, ਮੀਰ ਕਾਸਿਮ ਨੂੰ ਉਤਾਰਤਾ ਸੀ ਕਿਉਂਕਿ ਇਹ ਵੀ ਇਹਨਾਂ ਦੇ ਅਕੋਰਡਿੰਗ ਨਹੀਂ ਚੱਲਿਆ ਸੀ। ਹਾਰਨ ਤੋਂ ਬਾਅਦ ਮੀਰ ਕਾਸਿਮ ਕਿੱਥੇ ਪਹੁੰਚਿਆ? ਅਵਧ। ਮੀਰ ਕਾਸਿਮ ਨੇ ਕਿਸ ਤੋਂ ਅੰਗਰੇਜ਼ਾਂ ਵਿਰੁੱਧ ਸੈਨਿਕ ਸਹਾਇਤਾ ਮੰਗੀ? ਅਵਧ ਦੇ ਨਵਾਬ ਸ਼ਜਾ ਉਦ ਦੌਲਾ ਤੋਂ। ਇਸ ਸਮੇਂ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਕਿੱਥੇ ਸੀ? ਅਵਧ ਵਿੱਚ। ਕਿਸ ਯੁੱਧ ਤੋਂ ਬਾਅਦ ਅੰਗਰੇਜ਼ਾਂ ਦਾ ਬੰਗਾਲ 'ਤੇ ਅਧਿਕਾਰ ਹੋ ਗਿਆ? ਬਕਸਰ ਦੇ ਯੁੱਧ ਤੋਂ ਬਾਅਦ ਅੰਗਰੇਜ਼ਾਂ ਦਾ ਬੰਗਾਲ 'ਤੇ ਅਧਿਕਾਰ ਹੋ ਗਿਆ ਸੀ। ਬਕਸਰ ਦਾ ਯੁੱਧ ਕਦੋਂ ਹੋਇਆ? 23 ਅਕਤੂਬਰ 1764 ਈਸਵੀ ਨੂੰ। ਬਕਸਰ ਦਾ ਯੁੱਧ ਕਿਹਨਾਂ ਵਿਚਕਾਰ ਹੋਇਆ? ਮੀਰ ਕਾਸਿਮ, ਸ਼ਜਾ ਉਦ ਦੌਲਾ ਅਤੇ ਸ਼ਾਹ ਆਲਮ ਦੂਜੇ ਦੀਆਂ ਸੈਨਾਵਾਂ ਦਾ ਅੰਗਰੇਜ਼ਾਂ ਦੇ ਨਾਲ। ਬਕਸਰ ਦੇ ਯੁੱਧ ਵਿੱਚ ਕਿਸ ਦੀ ਜਿੱਤ ਹੋਈ? ਅੰਗਰੇਜ਼ਾਂ ਦੀ। ਇਲਾਹਾਬਾਦ ਦੀ ਸੰਧੀ ਕਦੋਂ ਹੋਈ? 3 ਮਈ 1765 ਈਸਵੀ ਨੂੰ। ਇਲਾਹਾਬਾਦ ਦੀ ਸੰਧੀ ਕਿਸ ਦੇ ਵਿਚਕਾਰ ਹੋਈ? ਕਲਾਈਵ, ਅਵਧ ਦੇ ਨਵਾਬ, ਮੁਗਲ ਸਮਰਾਟ ਸ਼ਾਹ ਆਲਮ ਦੇ ਵਿਚਕਾਰ। ਇਲਾਹਾਬਾਦ ਦੀ ਸੰਧੀ ਦੇ ਅਨੁਸਾਰ ਅਵਧ ਦੇ ਇਲਾਕੇ ਦੇ ਬਦਲੇ ਸ਼ਜਾ ਉਦ ਦੌਲਾ ਨੂੰ ਕਿੰਨੇ ਰੁਪਏ ਦੇਣੇ ਪਏ? 50 ਲੱਖ ਰੁਪਏ। ਇਲਾਹਾਬਾਦ ਦੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੂੰ ਕੀ ਫਾਇਦਾ ਹੋਇਆ ਕਿ ਈਸਟ ਇੰਡੀਆ ਕੰਪਨੀ ਨੂੰ ਅਵਧ ਵਿੱਚ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਪ੍ਰਵਾਨਗੀ ਮਿਲ ਗਈ। ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ ਕਿੰਨੀ ਪੈਨਸ਼ਨ ਦਿੱਤੀ ਗਈ? 26 ਲੱਖ ਰੁਪਏ ਸਾਲਾਨਾ। ਅਵਧ ਦੇ ਨਵਾਬ ਤੋਂ ਕਿਹੜੇ ਇਲਾਕੇ ਲੈ ਕੇ ਸ਼ਾਹ ਆਲਮ ਨੂੰ ਦਿੱਤੇ ਗਏ? ਕੜਾ ਤੇ ਇਲਾਹਾਬਾਦ ਦੇ ਇਲਾਕੇ।
ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਕਿਹੜੇ ਇਲਾਕਿਆਂ ਦੀ ਦੀਵਾਨੀ ਦੇ ਦਿੱਤੀ? ਬੰਗਾਲ, ਬਿਹਾਰ ਅਤੇ ਉੜੀਸਾ ਦੀ। ਮੀਰ ਕਾਸਿਮ ਦੀ ਥਾਂ ਦੁਬਾਰਾ ਕਿਸ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ? ਮੀਰ ਜਾਫਰ ਨੂੰ। ਅੰਗਰੇਜ਼ਾਂ ਨੇ ਕਿਹੜੇ ਦੋ ਡਿਪਟੀ ਨਵਾਬ ਨਿਯੁਕਤ ਕੀਤੇ? ਮੁਹੰਮਦ ਰਜ਼ਾ ਖਾਨ ਅਤੇ ਸਿਤਾਬ ਰਾਏ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖ਼ਤਮ ਕੀਤੀ ਗਈ? 1772 ਈਸਵੀ ਵਿੱਚ। ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਵਾਰੇਨ ਹੇਸਟਿੰਗਸ। ਉਹਨਾਂ 3 ਗਵਰਨਰ ਜਨਰਲਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਜ਼ਿਆਦਾ ਵਿਸਥਾਰ ਹੋਇਆ? ਲਾਰਡ ਵੈਲੇਜ਼ਲੀ, ਲਾਰਡ ਹੇਸਟਿੰਗਸ ਅਤੇ ਲਾਰਡ ਡਲਹੌਜ਼ੀ। ਲਾਰਡ ਵੈਲੇਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ ਕਿਹੜੀ ਨੀਤੀ ਅਪਣਾਈ ਸੀ? ਸਹਾਇਕ ਸੰਧੀ ਪ੍ਰਣਾਲੀ ਦੀ ਨੀਤੀ। ਕਿਹਨੇ ਅਪਣਾਈ ਸੀ? ਵੈਲਜ਼ਲੀ ਨੇ। ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਪ੍ਰਣਾਲੀ ਦੁਆਰਾ ਕਿਹੜੀਆਂ ਰਿਆਸਤਾਂ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਇਆ? ਹੈਦਰਾਬਾਦ ਅਤੇ ਅਵਧ ਨੂੰ। ਸਹਾਇਕ ਸੰਧੀ ਪ੍ਰਣਾਲੀ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਿਆਂ ਨੂੰ ਕੀ ਵਚਨ ਦਿੰਦੀ ਸੀ? ਅੰਦਰੂਨੀ ਵਿਦਰੋਹ ਜਾਂ ਬਾਹਰੀ ਹਮਲੇ ਸਮੇਂ ਸੁਰੱਖਿਆ ਪ੍ਰਦਾਨ ਕਰਨ ਦਾ। ਸਹਾਇਕ ਸੰਧੀ ਦੀਆਂ ਸ਼ਰਤਾਂ ਕਿਹੜੀਆਂ-ਕਿਹੜੀਆਂ ਸਨ? ਰਾਜ ਦੇ ਵਿਦੇਸ਼ੀ ਮਾਮਲਿਆਂ ਉੱਤੇ ਅੰਗਰੇਜ਼ੀ ਸਰਕਾਰ ਦਾ ਅਧਿਕਾਰ ਹੁੰਦਾ ਸੀ। ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਪੈਂਦਾ ਸੀਗਾ ਉਹਨਾਂ ਨੂੰ ਆਪਣੇ ਦਰਬਾਰ ਵਿੱਚ। ਵਿਦੇਸ਼ੀ ਸ਼ਕਤੀ ਨਾਲ ਕੋਈ ਸੰਬੰਧ ਨਹੀਂ ਰੱਖ ਸਕਦਾ ਸੀਗਾ ਕੋਈ ਵੀ ਰਾਜਾ ਜਿਹਨੂੰ ਮਤਲਬ ਸਹਾਇਕ ਸੰਧੀ ਪ੍ਰਣਾਲੀ ਨਾਲ ਸ਼ਾਮਿਲ ਕੀਤਾ ਜਾਂਦਾ ਸੀ। ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਕਿਸੇ ਦੇਸ਼ ਨਾਲ ਯੁੱਧ ਨਹੀਂ ਕੀਤਾ ਜਾ ਸਕਦਾ ਸੀਗਾ। ਮੈਸੂਰ ਰਾਜ ਦੀ ਸਥਾਪਨਾ ਕਿਸਨੇ ਕੀਤੀ? 1761 ਈਸਵੀ ਵਿੱਚ ਹੈਦਰ ਅਲੀ ਨੇ। ਮੈਸੂਰ ਦੀ ਪਹਿਲੀ ਲੜਾਈ ਕਦੋਂ ਹੋਈ? 1767 ਈਸਵੀ ਤੋਂ 1769 ਈਸਵੀ ਵਿੱਚ ਤੱਕ ਜਿਹੜੀ ਸੀ ਇਹ ਹੋਈ ਸੀਗੀ। ਹੈਦਰ ਅਲੀ ਦੀ ਜਿੱਤ ਹੋਈ ਸੀ ਇਹਦੇ ਵਿੱਚ। ਮਰਾਠਿਆਂ ਨੇ ਹੈਦਰ ਅਲੀ 'ਤੇ ਕਦੋਂ ਹਮਲਾ ਕੀਤਾ? 1771 ਈਸਵੀ ਵਿੱਚ। ਮੈਸੂਰ ਦਾ ਦੂਜਾ ਯੁੱਧ ਕਦੋਂ ਹੋਇਆ? 1780 ਈਸਵੀ ਵਿੱਚ। ਮੈਸੂਰ ਦੇ ਦੂਜੇ ਯੁੱਧ ਦਾ ਕਾਰਨ ਕੀ ਸੀ? ਮਰਾਠਿਆਂ ਦੇ ਹਮਲੇ ਸਮੇਂ ਅੰਗਰੇਜ਼ਾਂ ਨੇ ਹੈਦਰ ਅਲੀ ਦੀ ਸਹਾਇਤਾ ਨਹੀਂ ਕੀਤੀ ਸੀ। ਹੈਦਰ ਅਲੀ ਦੀ ਮੌਤ ਕਦੋਂ ਹੋਈ? 1782 ਈਸਵੀ ਵਿੱਚ। ਹੈਦਰ ਅਲੀ ਦਾ ਉੱਤਰਾਧਿਕਾਰੀ ਕੌਣ ਬਣਿਆ? ਟੀਪੂ ਸੁਲਤਾਨ। ਮੈਸੂਰ ਦੀ ਦੂਜੀ ਲੜਾਈ ਕਿਹੜੀ ਸੰਧੀ ਨਾਲ ਖਤਮ ਹੋਈ? 1784 ਈਸਵੀ ਵਿੱਚ ਬੰਗਲੌਰ ਦੀ ਸੰਧੀ ਨਾਲ। ਅੰਗਰੇਜ਼ਾਂ ਨੇ ਮੈਸੂਰ 'ਤੇ ਦੂਜੀ ਵਾਰ ਹਮਲਾ ਕਦੋਂ ਕੀਤਾ? 1799 ਈਸਵੀ ਵਿੱਚ ਸ਼੍ਰੀ ਰੰਗਪਟਨਮ ਵਿਖੇ। ਅੰਗਰੇਜ਼ਾਂ ਨੇ ਮੈਸੂਰ 'ਤੇ ਕਬਜ਼ਾ ਕਰਕੇ ਬਾਕੀ ਹਿੱਸੇ ਕਿਸ ਨੂੰ ਦੇ ਦਿੱਤੇ? ਰਾਜਕੁਮਾਰ ਕੇਸ਼ਵ ਰਾਓ ਨੂੰ। ਕੇਸ਼ਵ ਰਾਓ ਨੇ ਕਿਸ ਦੀ ਸਹਾਇਕ ਸੰਧੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ? ਲਾਰਡ ਵੈਲੇਜ਼ਲੀ। ਅੰਗਰੇਜ਼ ਮਰਾਠਾ ਯੁੱਧ ਕਦੋਂ ਹੋਏ? 1775 ਤੋਂ ਲੈ ਕੇ 1818 ਈਸਵੀ ਤੱਕ ਜਿਹੜੇ ਸੀ ਹੋਏ ਸੀ ਇਹ ਇੰਨੇ ਸਮੇਂ ਦੇ ਵਿੱਚ। ਲਾਰਡ ਵੈਲਜ਼ਲੀ ਨੇ ਬਾਸੀਨ ਦੀ ਸਹਾਇਕ ਸੰਧੀ ਕਿਸ ਨਾਲ ਕੀਤੀ? ਪੇਸ਼ਵਾ ਬਾਜੀਰਾਓ ਦੂਜੇ ਨਾਲ 1802 ਈਸਵੀ ਵਿੱਚ। 1802 ਈਸਵੀ ਵਿੱਚ ਦੂਜੇ ਮਰਾਠਾ ਯੁੱਧ ਵਿੱਚ ਕਿਸ ਦੀ ਹਾਰ ਹੋਈ? ਸਰਦਾਰ ਭੋਂਸਲੇ ਦੀ। ਦੇਵਰਾਓ ਦੀ ਸੰਧੀ ਕਿਹਨਾਂ ਵਿਚਕਾਰ ਹੋਈ? ਅੰਗਰੇਜ਼ਾਂ ਤੇ ਭੋਂਸਲੇ ਵਿਚਕਾਰ। ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਟਕ ਅਤੇ ਬਲਾਸੌਰ ਦੇ ਇਲਾਕੇ ਪ੍ਰਾਪਤ ਹੋਏ। ਸੁਰਜੀ ਅਰਜਨਗਾਓਂ ਦੀ ਸੰਧੀ ਕਿਹਨਾਂ ਵਿਚਕਾਰ ਹੋਈ? ਮਰਾਠਾ ਸਰਦਾਰ ਸਿੰਧੀਆ ਅਤੇ ਅੰਗਰੇਜ਼ਾਂ ਵਿਚਕਾਰ। ਇਸ ਨਾਲ ਉਹਨਾਂ ਨੂੰ ਅਹਿਮਦਨਗਰ, ਭੜੌਚ, ਗੰਗਾ ਅਤੇ ਜਮਨਾ ਦੇ ਵਿਚਕਾਰਲਾ ਇਲਾਕਾ ਵੀ ਪ੍ਰਾਪਤ ਹੋਇਆ। ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਕਿਹੜੀ ਸੀ? ਇੰਦੌਰ। ਇਸ 'ਤੇ ਲਾਰਡ ਵੈਲੇਜ਼ਲੀ ਨੇ ਕਬਜ਼ਾ ਕਰ ਲਿਆ ਸੀਗਾ। ਲਾਰਡ ਵੈਲੇਜ਼ਲੀ ਨੂੰ ਇੰਗਲੈਂਡ ਵਾਪਸ ਕਦੋਂ ਬੁਲਾਇਆ? 1805 ਈਸਵੀ ਵਿੱਚ। ਲਾਰਡ ਕਾਰਨਵਾਲਿਸ ਨੇ ਕਿਹੜੇ ਮਰਾਠਾ ਸਰਦਾਰਾਂ ਨਾਲ ਸਹਾਇਕ ਸੰਧੀ ਕੀਤੀ? ਹੋਲਕਰ, ਸਿੰਧੀਆ ਅਤੇ ਭੋਂਸਲੇ ਨਾਲ। ਅੰਗਰੇਜ਼ ਗੋਰਖਾ ਯੁੱਧ ਕਦੋਂ ਹੋਇਆ? 1814 ਤੋਂ 1816 ਈਸਵੀ ਤੱਕ। ਹੇਸਟਿੰਗਸ ਨੇ 1815 ਈਸਵੀ ਵਿੱਚ ਅਖਤਰ ਲੋਨੀ ਦੀ ਅਗਵਾਈ ਹੇਠ ਕਿਸ ਦੇ ਖਿਲਾਫ ਇੱਕ ਵਿਸ਼ਾਲ ਸੈਨਾ ਭੇਜੀ? ਗੋਰਖਿਆਂ ਦੇ ਖਿਲਾਫ ਭੇਜੀ ਸੀ। 1816 ਈਸਵੀ ਵਿੱਚ ਅੰਗਰੇਜ਼ਾਂ ਅਤੇ ਗੋਰਖਿਆਂ ਵਿਚਕਾਰ ਕਿਹੜੀ ਸੰਧੀ ਹੋਈ? ਸੰਗੋਲੀ ਦੀ ਸੰਧੀ। ਲਾਰਡ ਹੇਸਟਿੰਗਸ ਦੇ ਸਮੇਂ ਰਾਜਸਥਾਨ ਦੀਆਂ ਕਿੰਨੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ? 19 ਰਿਆਸਤਾਂ ਨੇ। ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕਰਨ ਵਾਲੀਆਂ ਰਾਜਸਥਾਨ ਦੀਆਂ 4 ਪ੍ਰਮੁੱਖ ਰਿਆਸਤਾਂ ਜਿਹੜੀਆਂ ਸੀ ਉਹ ਕਿਹੜੀਆਂ ਸਨ? ਜੈਪੁਰ, ਜੋਧਪੁਰ, ਉਦੈਪੁਰ ਅਤੇ ਬੀਕਾਨੇਰ। ਪਹਿਲਾ ਅੰਗਰੇਜ਼ ਬਰਮਾ ਯੁੱਧ ਕਦੋਂ ਹੋਇਆ? 1824 ਤੋਂ 26 ਈਸਵੀ ਤੱਕ। ਪਹਿਲਾ ਅੰਗਰੇਜ਼ ਬਰਮਾ ਯੁੱਧ ਕਿਸ ਦੇ ਸਮੇਂ ਵਿੱਚ ਹੋਇਆ? ਲਾਰਡ ਐਮਹਰਟਸ
ਉਹਦੇ ਹਮਲੇ ਵਿੱਚ ਹੋਇਆ ਸੀ 1823 ਤੋਂ 1828 ਈਸਵੀ ਤੱਕ। ਲਾਰਡ ਵਿਲੀਅਮ ਬੈਂਟਿੰਗ ਦਾ ਸਮਾਂ ਦੱਸੋ, 1828 ਤੋਂ 1835 ਈਸਵੀ ਤੱਕ। ਅਤੇ ਬਾਅਦ ਵਿੱਚ 1832 ਈਸਵੀ ਵਿੱਚ ਜਿਹੜਾ ਸੀ ਸਿੰਧ ਦੇ ਅਮੀਰਾਂ ਨਾਲ ਇਹਨੇ ਸੰਧੀ ਵੀ ਕੀਤੀ ਸੀ। ਲਾਰਡ ਆਕਲੈਂਡ ਦਾ ਸਮਾਂ ਦੱਸੋ, 1836 ਤੋਂ 1842 ਈਸਵੀ ਤੱਕ। ਅਤੇ ਇਹਨੇ 1839 ਈਸਵੀ ਵਿੱਚ ਸਿੰਧ ਦੇ ਅਮੀਰਾਂ ਨਾਲ ਸਹਾਇਕ ਸੰਧੀ ਕੀਤੀ ਸੀ। ਲਾਰਡ ਐਲਨਬਰੋ ਦਾ ਸਮਾਂ ਦੱਸੋ, 1842 ਤੋਂ 1844 ਈਸਵੀ ਤੱਕ। ਇਹਨੇ 1843 ਈਸਵੀ ਵਿੱਚ ਸਿੰਧ ਉੱਤੇ ਅਧਿਕਾਰ ਕੀਤਾ ਸੀ। ਲਾਰਡ ਹਾਰਡਿੰਗ ਦਾ ਸਮਾਂ ਦੱਸੋ, 1844 ਤੋਂ 1848 ਈਸਵੀ ਤੱਕ। ਪਹਿਲਾ ਅੰਗਰੇਜ਼ ਸਿੱਖ ਯੁੱਧ ਕਦੋਂ ਹੋਇਆ, 1845-46 ਈਸਵੀ ਵਿੱਚ। ਪਹਿਲਾ ਅੰਗਰੇਜ਼ ਸਿੱਖ ਯੁੱਧ ਕਿਹੜੇ ਗਵਰਨਰ ਜਨਰਲ ਦੇ ਸਮੇਂ ਹੋਇਆ, ਲਾਰਡ ਹਾਰਡਿੰਗ ਦੇ ਸਮੇਂ। ਇਸ ਯੁੱਧ ਵਿੱਚ ਸਿੱਖ ਜਿਹੜੇ ਸੀ ਉਹ ਹਾਰ ਗਏ। ਦੂਜਾ ਅੰਗਰੇਜ਼ ਸਿੱਖ ਯੁੱਧ ਕਦੋਂ ਹੋਇਆ, 1848 ਤੋਂ 49 ਈਸਵੀ ਵਿੱਚ। ਦੂਜਾ ਅੰਗਰੇਜ਼ ਸਿੱਖ ਯੁੱਧ ਕਿਹੜੇ ਗਵਰਨਰ ਜਨਰਲ ਦੇ ਸਮੇਂ ਵਿੱਚ ਹੋਇਆ, ਲਾਰਡ ਡਲਹੌਜੀ ਦੇ। ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ, 1849 ਈਸਵੀ ਵਿੱਚ। ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਿਹੜੇ ਗਵਰਨਰ ਜਨਰਲ ਦੇ ਸਮੇਂ ਸ਼ਾਮਿਲ ਕੀਤਾ ਗਿਆ, ਲਾਰਡ ਡਲਹੌਜੀ ਦੇ। ਬੰਗਾਲ ਦਾ ਪਹਿਲਾ ਗਵਰਨਰ ਕੌਣ ਬਣਿਆ, ਰੋਬਰਟ ਕਲਾਈਵ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ ਸੀ, ਵਾਰੇਨ ਹੇਸਟਿੰਗਸ। ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ, ਲਾਰਡ ਵਿਲੀਅਮ ਬੈਂਟਿੰਗ। ਇਹ ਯਾਦ ਰੱਖਣਾ ਹੈ, ਇੰਪੋਰਟੈਂਟ ਫੈਕਟ ਨੇ ਇਹ ਨਾਮ ਇਹਨਾਂ ਦੇ। ਭਾਰਤ ਦਾ ਪਹਿਲਾ ਵਾਇਸਰਾਏ ਅਤੇ ਅੰਤਿਮ ਗਵਰਨਰ ਜਨਰਲ ਕੌਣ ਬਣਿਆ, ਲਾਰਡ ਕੈਨਿੰਗ। ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕਰਨ ਲਈ ਲਾਰਡ ਡਲਹੌਜੀ ਨੇ ਕਿਹੜੇ ਢੰਗ ਅਪਣਾਏ, ਜਿੱਤਾਂ ਦੁਆਰਾ, ਲੈਪਸ ਦੀ ਨੀਤੀ ਦੁਆਰਾ, ਭੈੜੇ ਸ਼ਾਸਨ ਪ੍ਰਬੰਧ ਦੇ ਆਧਾਰ 'ਤੇ, ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ। ਲਾਰਡ ਡਲਹੌਜੀ ਨੇ ਕਿਹਨਾਂ ਦੇ ਵਿਰੋਧ ਦਾ ਲਾਭ ਉਠਾ ਕੇ ਲਾਹੌਰ ਦਰਬਾਰ ਦੇ ਵਿਰੁੱਧ ਯੁੱਧ ਦਾ ਐਲਾਨ ਕੀਤਾ, ਮੂਲ ਰਾਜ ਅਤੇ ਚਤਰ ਸਿੰਘ ਦੇ। ਲਾਰਡ ਡਲਹੌਜੀ ਨੇ ਲਾਹੌਰ ਦਰਬਾਰ ਦੇ ਵਿਰੁੱਧ ਯੁੱਧ ਦਾ ਐਲਾਨ ਕਦੋਂ ਕੀਤਾ, 1848 ਈਸਵੀ ਵਿੱਚ। ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਲਾਰਡ ਡਲਹੌਜੀ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ, 29 ਮਾਰਚ 1849 ਈਸਵੀ ਨੂੰ। ਲਾਰਡ ਡਲਹੌਜੀ ਨੇ ਕਦੋਂ ਸਿੱਕਮ 'ਤੇ ਹਮਲਾ ਕਰਕੇ ਉਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ, 1850 ਈਸਵੀ ਵਿੱਚ। ਪ੍ਰੋਮ ਅਤੇ ਪੀਗੂ ਦੇ ਇਲਾਕੇ ਨੂੰ ਲਾਰਡ ਡਲਹੌਜੀ ਨੇ ਕਦੋਂ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ, 1852 ਈਸਵੀ ਵਿੱਚ। ਲਾਰਡ ਡਲਹੌਜੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਲਈ ਕਿਹੜੀ ਨੀਤੀ ਅਪਣਾਈ, ਲੈਪਸ ਦੀ ਨੀਤੀ। ਲੈਪਸ ਦੀ ਨੀਤੀ ਕੀ ਸੀ, ਇਸ ਨੀਤੀ ਵਿੱਚ ਜਿਨ੍ਹਾਂ ਸ਼ਾਸਕਾਂ ਦੇ ਕੋਈ ਸੰਤਾਨ ਨਹੀਂ ਸੀ ਉਹਨਾਂ ਨੂੰ ਸੰਤਾਨ ਗੋਦ ਲੈਣ ਦੀ ਆਗਿਆ ਨਹੀਂ ਸੀਗੀ। ਠੀਕ ਆ, ਅਜਿਹੇ ਸ਼ਾਸਕਾਂ ਦੀ ਮੌਤ ਤੋਂ ਪਿੱਛੋਂ ਉਸਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਸੀ। ਜਿਵੇਂ ਝਾਂਸੀ ਦੀ ਰਾਣੀ ਦੀ ਸਟੋਰੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ, ਕਿ ਉਹਦਾ ਆਪਣਾ ਪੁੱਤਰ ਨਹੀਂ ਸੀ, ਉਹਨੇ ਗੋਦ ਲਿਆ ਹੋਇਆ ਸੀਗਾ। ਠੀਕ ਹੈ, ਉਹਨੂੰ ਉਹਦੇ ਰਾਜ 'ਤੇ ਨਹੀਂ ਬੈਠਣ ਦਿੱਤਾ ਜਾਂਦਾ ਸੀ, ਤਾਂ ਹੀ ਉਹ ਜਿਹੜੀ ਸੀ ਉਹਨੇ ਵਿਰੋਧ ਕੀਤਾ ਸੀ ਇਹਨਾਂ ਦੇ ਖਿਲਾਫ। ਲਾਰਡ ਡਲਹੌਜੀ ਨੇ ਲੈਪਸ ਦੀ ਨੀਤੀ ਦੇ ਅਧੀਨ ਕਿਹੜੀਆਂ ਪ੍ਰਮੁੱਖ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ, ਸਤਾਰਾ, ਸੰਬਲਪੁਰ, ਬਗਾਟ, ਉਦੈਪੁਰ ਅਤੇ ਝਾਂਸੀ ਆਦਿ। ਲਾਰਡ ਡਲਹੌਜੀ ਨੇ ਕਿਹੜੀ ਰਿਆਸਤ 'ਤੇ ਭੈੜੇ ਸ਼ਾਸਨ ਪ੍ਰਬੰਧ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ, ਅਵਧ ਦੇ ਉੱਤੇ ਉਹਨੇ ਦੋਸ਼ ਲਗਾਇਆ ਸੀ ਭੈੜੇ ਸ਼ਾਸਨ ਪ੍ਰਬੰਧ ਦਾ। ਲਾਰਡ ਡਲਹੌਜੀ ਨੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ, 1856 ਈਸਵੀ ਵਿੱਚ। ਲਾਰਡ ਡਲਹੌਜੀ ਨੇ ਕਿਹੜੀਆਂ ਰਿਆਸਤਾਂ ਦੇ ਸ਼ਾਸਕਾਂ ਦੀਆਂ ਪਦਵੀਆਂ, ਖਿਤਾਬ ਅਤੇ ਪੈਨਸ਼ਨਾਂ ਖਤਮ ਕਰਕੇ ਉਹਨਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ, ਕਰਨਾਟਕ, ਪੂਨਾ, ਤੰਜੌਰ ਅਤੇ ਸੂਰਤ। ਇਸ ਦੇ ਨਾਲ ਹੀ ਮੇਰਾ ਜਿਹੜਾ ਅੱਜ ਦਾ ਟੌਪਿਕ ਆ ਇਹ ਖਤਮ ਹੁੰਦਾ। ਇਹਦੇ ਵਿੱਚ ਆਪਾਂ 150 ਕੁਐਸਚਨ ਆ ਜਿਹੜੇ ਕਵਰ ਕੀਤੇ ਆ, ਉਹ ਵੀ ਮਾਡਰਨ ਹਿਸਟਰੀ ਦੇ ਐਂਡ ਮੋਸਟ ਇੰਪੋਰਟੈਂਟ ਕੁਐਸਚਨ ਨੇ। 2-3 ਵਾਰ ਇਸ ਵੀਡੀਓ ਨੂੰ ਦੇਖੋ, ਤੁਹਾਨੂੰ ਬੁੱਕ ਵਿੱਚੋਂ ਪੜ੍ਹਨ ਦੀ ਕੁਝ ਵੀ ਲੋੜ ਨਹੀਂ ਹੈਗੀ। ਇੰਪੋਰਟੈਂਟ ਫੈਕਟ ਸਾਰੇ ਮੈਂ ਇਹਦੇ ਵਿੱਚ ਇਕੱਠੇ ਕਰਕੇ ਤੁਹਾਨੂੰ ਪੜ੍ਹਾ ਦਿੱਤੇ ਆ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓਜ਼। ਥੈਂਕ ਯੂ।